ਸਾਮਾ ਸਾਹਿਬ ਵੱਧ ਵਜਿਆ ਇਹਨੂੰ ਇਹ ਤੁਸੀਂ ਹੁਣ ਸਮਝਦੇ ਹੋ ਜਿਹੜੇ ਸਮੀਰ ਮਿਨਹਾਸ ਤੇ ਮਾਸ ਸਦਾਕਤ ਨੂੰ ਅਸੀਂ ਟਰਾਈ ਕਰ ਲਈਏ ਕਿਉਂਕਿ ਹੁਣ ਤੁਹਾਨੂੰ ਪਤਾ ਹੈ T20 ਵਰਲਡ ਕੱਪ ਆ ਰਿਹਾ ਹੈ ਉਸ ਤੋਂ ਪਹਿਲੇ ਸ਼੍ਰੀਲੰਕਾ ਦੇ ਖਿਲਾਫ ਅਸੀਂ ਖੇਡਣਾ ਹੈ। ਜੇ ਸਾਇਮ ਅਯੂਬ ਦੀ ਅਸੀਂ ਗੱਲ ਕਰੀਏ 6 ਡਕਸ ਲਏ ਨੇ ਉਹਨਾਂ ਨੇ ਏਸ਼ੀਆ ਕੱਪ ਵਿੱਚ, ਜੇ ਇੱਕ ਦੋ ਮੈਚਾਂ 'ਚ ਉਹਨਾਂ ਨੂੰ ਬਹਾ ਦਿੱਤਾ ਜਾਵੇ ਤੇ ਨੌਜਵਾਨਾਂ ਨੂੰ ਮੌਕਾ ਦੇ ਦਿੱਤਾ ਜਾਵੇ ਤਾਂ ਇਹਦੇ ਵਿੱਚ ਕੋਈ ਹਰਜ ਤੇ ਨਹੀਂ ਹੈ ਤੁਹਾਡੀ ਨਜ਼ਰ 'ਚ? जी सर बिल्कुल। मैं सब तो पहले तो मैं बहुत ज्यादा खुश हाँ क्योंकि संडे इस तरह जो इस दफा आया ना वो बहुत डिफरेंट किस्म का संडे आया। पहले जिन्ने भी संडे आए उन्होंने पाकिस्तान में मायूस किया, लेकिन ਜਿਹੜਾ ਇਸ ਦਫਾ ਸੰਡੇ ਆਇਆ ਉਹ ਸਾਡੀ ਪਾਕਿਸਤਾਨੀ ਅੰਡਰ 19 ਟੀਮ ਨੇ ਸਾਨੂੰ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ ਜੋ ਕਿ ਜਿਸ ਸਰਪ੍ਰਾਈਜ਼ ਦੀ ਸਾਨੂੰ ਬਹੁਤ ਜ਼ਰੂਰਤ ਸੀ। ਤੇ ਇਹ ਜਿਹੜਾ ਟਾਈਟਲ ਹੁਣ ਪਾਕਿਸਤਾਨ ਆਇਆ ਯਕੀਨ ਕਰੋ ਇਸ ਟਾਈਟਲ ਦੀ ਬਹੁਤ ਜ਼ਰੂਰਤ ਸੀ। ਹੁਣ ਤੁਸੀਂ ਪੁੱਛ ਰਹੇ ਹੋ ਕਿ ਨਵੇਂ ਯੰਗਸਟਰ ਨੂੰ ਮੌਕਾ ਦਿੱਤਾ ਜਾਵੇ, बिल्कुल नवे यंगस्टर्स ਨੂੰ ਜਿਹੜਾ ਹੈ ਟਰਾਈ ਕਰਨਾ ਚਾਹੀਦਾ ਹੈ। ਅਗਰ ਟਰਾਈ ਨਹੀਂ ਕੀਤਾ ਜਾਏਗਾ, ਅਗਰ ਪੁਰਾਣੇ ਲੋਕਾਂ ਦੇ ਨਾਲ ਹੀ ਅਸੀਂ ਜਾਵਾਂਗੇ ਤੇ ਪੁਰਾਣੇ ਰਿਜ਼ਲਟਸ ਹੀ ਸਾਡੇ ਸਾਹਮਣੇ ਆਣਗੇ ਜੋ ਸ਼ੁਰੂ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਹੈ। ਅਗਰ ਉਹਨੂੰ ਨਹੀਂ ਅਸੀਂ ਫੋਲੋ ਕਰਾਂਗੇ ਤਾਂ ਉਹੀ ਸਾਡੇ ਨਾਲ ਆਂਦਾ ਹੈ। ਨਵੀਂ ਚੀਜ਼ਾਂ ਨੂੰ ਅਸੀਂ ਟਰਾਈ ਨਹੀਂ ਕਰਾਂਗੇ, ਨਵੇਂ ਲੋਕਾਂ ਨੂੰ, ਨਵੇਂ ਪਲੇਅਰਸ ਨੂੰ, ਨਵੇਂ ਯੰਗਸਟਰਸ ਨੂੰ ਅਸੀਂ ਨਹੀਂ ਲੈ ਕੇ ਆਵਾਂਗੇ ਤੇ ਰਿਜ਼ਲਟਸ ਅੱਛੇ ਨਹੀਂ ਆਣਗੇ। ਉਹ ਤੁਸੀਂ ਦੇਖੋ ਕਿੰਨਾ ਅੱਛਾ ਲੜਕਾ ਖੇਲਿਆ ਹੈ ਸਮੀਰ ਮਿਨਹਾਸ 172 ਰਨ ਦੀ ਸ਼ਾਨਦਾਰ ਇਨਿੰਗ ਉਹਨੇ खेली है। ਤੇ ਇਦਾਂ ਹੀ ਅਗਰ ਨਵਾਂ ਟੈਲੈਂਟ ਜਿਹੜਾ ਸਾਹਮਣੇ ਲਿਆਂਦਾ ਜਾਵੇ ਤੇ ਸ਼ਾਇਦ ਬਹੁਤ ਅੱਛੇ ਰਿਜ਼ਲਟ ਸਾਨੂੰ ਦੇਖਣੇ ਨੂੰ ਮਿਲਣਗੇ। ਮਤਲਬ ਸਰਫਰਾਜ਼ ਅਹਿਮਦ ਦਾ ਕਿੰਨਾ ਕੰਟਰੀਬਿਊਸ਼ਨ ਇਹਦੇ ਵਿੱਚ ਤੁਹਾਨੂੰ ਯਾਦ ਹੋਏਗਾ 2017 ਦੀ ਚੈਂਪੀਅਨਸ ਟਰਾਫੀ ਮੈਨੂੰ ਯਾਦ ਆ ਗਈ ਜਿੱਦਾਂ ਅਸੀਂ 300 ਪਲੱਸ ਦਾ ਟਾਰਗੇਟ ਦਿੱਤਾ, ਫਖਰ ਜ਼ੁਬਾਨ ਹੀਰੋ ਬਣੇ ਨੇ। ਫਿਰ ਮੁਹੰਮਦ ਆਮਿਰ ਦਾ ਸ਼ਾਨਦਾਰ ਸਪੈਲ ਸੀਗਾ ਤੇ ਸਰਫਰਾਜ਼ ਅਹਿਮਦ ਉੱਥੇ ਵੀ ਛਾਏ ਪਏ ਸੀਗੇ ਤੇ ਇੱਥੇ ਵੀ ਛਾਏ ਪਏ ਨੇ। देखो सरफराज साहब पे उन्होंने बारे पहले भी कोई डाउट नहीं आया थी, ठीक है। सरफराज के बारे से एक टाइटल दिता गया कि सरफराज कभी धोखा नहीं देगा, ठीक है। तो सरफराज वाकई ही धोखा नहीं दिंदा। 2017 की चैंपीयन ट्रॉफी दे विच अगर चैंपीयन ट्रॉफी जीती तो सी उन्होंने वजह तो जीती है। अच्छा उस बंदे की एक मैनू अच्छी नेचर लगती है कि वो मोटिवेट रखता हर इंसान को। अगर कोई बैट्समैन बैटिंग कर रहा तो पीछे बोल रहा होगा कि इदा नहीं इदा करो, इदा नहीं इदा करो। अगर कोई बॉलिंग कर रहा तो बार बार अपनी कीपिंग छड़ के उत्थे तक जाता है पीछे समझान, ठीक है। ते सरफराज भाई, सैफी भाई इज वन एंड ओनली, ठीक है। उन्होंने वर्गा पाकिस्तान मैं एक मेरा होर मशवरा है कि अगर सैफी भाई को पाकिस्तान की दूसरी टीम का भी मेंटोर कायम किया जाए, उन्होंने मेंटोरशिप दे दी जाए ਤੇ ਸ਼ਾਇਦ ਜਿਹੜਾ T20 ਵਰਲਡ ਕੱਪ 2026 ਦੇ ਰਿਜ਼ਲਟ ਕੋਈ ਸਾਨੂੰ ਮਾਈਕ ਹੈਸਨ ਕਿੱਥੇ ਜਾਣਗੇ? ਉਹ ਵੀ ਬੜੀ ਅੱਛੀ ਕੋਚਿੰਗ ਕਰਦੇ ਪਏ ਨੇ ਸਾਹਮਣੇ ਆਏ ਨੇ ਜੀ। ਮਾਈਕ ਹੈਸਨ ਫਿਰ ਕਿੱਥੇ ਜਾਣਗੇ? ਮੈਂ ਪੁੱਛਦਾ ਪਿਆ ਸਾਂ ਕਿ ਉਹਨਾਂ ਦੀ ਕੋਚਿੰਗ ਬੜੀ ਅੱਛੀ ਜਾ ਰਹੀ ਹੈ, ਤੁਸੀਂ ਤੇ ਫਿਰ ਕਨਫਿਊਜ਼ ਕਰ ਰਹੇ ਨਾ ਕਿ ਸਰਫਰਾਜ਼ ਅਹਿਮਦ ਨੂੰ ਇੱਕ ਹੋਰ ਅਸੀਂ ਅਹੁਦਾ ਦੇ ਦਿੱਤਾ ਜਾਵੇ। ਸਰਫਰਾਜ਼ ਨੂੰ ਜੀ ਬਿਲਕੁਲ, ਕਿਉਂਕਿ ਮਾਈਕ ਹੈਸਨ ਮੈਂ ਕਹਿ ਰਿਹਾ ਨਾ ਕੋਚਿੰਗ ਕਰਦੇ ਪਏ ਨੇ ਬੜੀ ਅੱਛੀ ਤਰ੍ਹਾਂ ਪਾਕਿਸਤਾਨ ਟੀਮ ਦੀ। ਜੀ ਜੀ। ਤੇ ਹੁਣ ਸਰਫਰਾਜ਼ ਨੂੰ ਜੇ ਅਸੀਂ ਲਿਆ ਦਿੱਤਾ ਜਾਵੇ ਤੇ ਫਿਰ ਇਹ ਕਲੈਸ਼ ਨਹੀਂ ਹੋ ਜਾਏਗਾ ਦੋਵਾਂ ਦਾ ਆਪਸ 'ਚ? नहीं क्लैश देखो प्रोफेशनली तौर पर इन्होंने अगर चीज सोची जाए तो क्लैश बनता नहीं, क्योंकि असि पाकिस्तान की टीम वास्ते काम करना, असि अपने वास्ते नहीं करना। अगर अपने वास्ते करना हो तो फिर ही क्लैश बनता है ना। अगर पाकिस्तान का सोच के चलना है तो सानू क्लैश नू साइड ते रखना पएगा और वो सोचना पएगा, वो करना पएगा जिहदे विच पाकिस्तान का फायदा, पाकिस्तान की टीम का फायदा और साडे ते अरूज आवे, साडे मुल्क दे विच खुशियां आन, सानू वो फैसले करने पैणगे। ਤੇ IPL ਕਿੱਦਾਂ ਐਕਸਪੋਜ਼ ਹੋਇਆ ਤੁਸੀਂ ਵੇਖਦੇ ਪਏ? ਇਹਨਾਂ ਨੂੰ ਫਲੈਟ ਟਰੈਕ ਦੇ ਦਿੱਤਾ ਜਾਵੇ ਤੇ ਛੱਕੇ ਚੌਕੇ ਮਾਰ ਕੇ ਖੁਸ਼ ਹੋ ਜਾਂਦੇ ਨੇ। ਹੁਣ ਦੁਬਈ 'ਚ ਮਿਸਾਲ ਮੌਜੂਦ ਹੈ, ਕੱਲ ਫਾਈਨਲ ਅਸੀਂ ਹਰਾਇਆ ਇਹਨਾਂ ਨੂੰ, ਮੁਸ਼ਕਿਲ ਪਿੱਚ ਲੱਭਦੀ ਹੈ, ਉੱਥੇ ਇਹਨਾਂ ਦੇ ਹੱਥ ਪੈਰ ਫੁੱਲ ਜਾਂਦੇ ਨੇ। जी जी बिल्कुल इस तरह ही है, लेकिन जो कॉन्फिडेंस साडे लड़कियां नूं हुण मिल गया है वो मेरे ख्याल नाल बहुत अगे काम आएगा इंशाल्लाह। ते हुण ਇਹ अंडर 19 ਦੀ ਟੀਮ ਨੂੰ ਫਤਹ ਮਿਲੀ ਹੈ ਤੇ ਉਹਦੀ ਫਤਹ ਦੀ ਵਜ੍ਹਾ ਤੋਂ ਸਾਡੀ ਪਾਕਿਸਤਾਨ ਦੀ ਦੂਸਰੀ ਟੀਮ ਨੂੰ ਵੀ ਕੌਨਫੀਡੈਂਸ ਮਿਲਿਆ ਹੈ। ਤੁਸੀਂ ਨੋਟ ਕਰੋਗੇ ਕਿ ਸਾਰਿਆਂ ਦੀ ਬੋਡੀ ਲੈਂਗੁਏਜ ਬਹੁਤ ਸਟਰੋਂਗ ਹੋ ਗਈ ਹੈ ਔਰ ਦੁਨੀਆ ਮੰਨ ਗਈ ਹੈ ਕਿ ਪਾਕਿਸਤਾਨ ਕਿਸੇ ਟਾਈਮ ਵੀ ਕੁਝ ਵੀ ਕਰ ਸਕਦਾ ਹੈ। ਪਹਿਲੇ ਵੀ ਇਹਨਾਂ ਦੇ ਬਾਰੇ 'ਚ ਇਹੀ ਕਿਹਾ ਜਾ ਸਕਦਾ ਸੀ, ਪਹਿਲੇ ਵੀ ਇਹਨਾਂ ਦੇ ਬਾਰੇ 'ਚ ਇਹੀ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਜਾਂ ਤੇ ਹਾਰਦੀ ਹੈ, ਬਹੁਤ ਗੰਦੀ ਤਰ੍ਹਾਂ ਹਾਰਦੀ ਹੈ, ਜੇ ਜਿੱਤਦੀ ਹੈ ਤਾਂ ਬਹੁਤ ਗੰਦੀ ਤਰ੍ਹਾਂ ਜਿੱਤਦੀ ਹੈ, ਠੀਕ ਹੈ। ਤੇ ਉਹੀ ਕੁਛ ਹੋਇਆ ਚੈਂਪੀਅਨ ਟਰਾਫੀ 'ਚ ਵੀ। ਤੁਸੀਂ ਦੇਖੋ ਕਿ 300 ਪਲੱਸ ਰਨ ਅਸੀਂ ਕੀਤੇ ਸੀਗੇ 2017 ਦੀ ਚੈਂਪੀਅਨ ਟਰਾਫੀ 'ਚ, ਫਿਰ ਇੰਡੀਆ ਨੂੰ ਅਸੀਂ 150 ਦਾ ਰਾਊਂਡ ਅਸੀਂ ਆਊਟ ਕਰ ਦਿੱਤਾ ਔਰ ਬੜੀ ਗੰਦੀ ਸ਼ਿਕਸਤ ਦਿੱਤੀ ਸੀ ਉਹਨਾਂ ਨੂੰ। ਅੱਜ ਵੀ ਫਿਰ ਅਸੀਂ 2021 ਦੇ ਵਰਲਡ ਕੱਪ ਨੂੰ ਅਗਰ ਦੇਖ ਲਈਏ, ਪਾਕਿਸਤਾਨ ਇੰਡੀਆ ਦਾ ਮੈਚ ਹੋਇਆ, ਠੀਕ ਹੈ, 156 ਰਨ ਜਾਂ 152 ਸ਼ਾਇਦ ਜਿੰਨੇ ਵੀ ਸੀਗੇ, ਉਹ ਪਾਕਿਸਤਾਨ ਨੇ 10 ਵਿਕਟਾਂ ਤੇ ਜਿਹੜਾ ਹੈ ਉਹ ਚੇਸ ਕੀਤੇ ਰਨ। ਉਹਦੇ ਵਿੱਚ ਬਾਬਰ ਔਰ ਰਿਜ਼ਵਾਨ ਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਔਰ ਬੜੀ ਗੰਦੀ ਤਰ੍ਹਾਂ ਹਰਾਇਆ ਸੀ ਉਹਨਾਂ ਨੂੰ, ਠੀਕ ਹੈ। ਫਿਰ ਹੁਣ ਕੱਲ ਵਾਲਾ ਮੈਚ ਤੁਸੀਂ ਦੇਖ ਲਓ, ਕਿੰਨੇ ਰਨ ਅਸੀਂ ਕਰ ਦਿੱਤੇ ਉਹਨਾਂ ਨੂੰ
150 ਦੇ ਅਰਾਊਂਡ ਹੀ ਅਸੀਂ ਆਊਟ ਕਰ ਦਿੱਤਾ ਔਰ ਬੜੇ ਅੱਛੇ ਬੜੇ ਗੰਦੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਸਮਾ ਹਰਾਇਆ। ਸਾਹਿਬ ਆਖਰੀ ਸਵਾਲ ਲੈ ਲੈਣਾ, ਹੁਣ ਬਾਬਰ ਦਾ ਜਿਹੜਾ ਬੱਲਾ ਖਾਮੋਸ਼ ਸੀਗਾ ਉਹ ਵੀ ਹੁਣ ਚੱਲ ਗਏ ਨੇ, 58 ਰਨਸ ਬਣਾਏ ਨੇ ਤੁਹਾਨੂੰ ਪਤਾ ਹੈ, ਤੇ ਉਹਨਾਂ ਦੀ ਇੰਟੈਂਟ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ? ਅੱਗੇ ਆਉਣ ਵਾਲੇ ਮੈਚਸ ਵਿੱਚ ਵੀ ਉਹ ਪਰਫਾਰਮ ਕਰ ਪਾਣਗੇ? ਦੇਖੋ ਜੀ, ਸਾਡੇ ਬਾਬਰ ਆਜ਼ਮ ਦੀ ਗੱਲ ਕਰ ਰਹੇ ਹੋ ਤੁਸੀਂ? ਤੁਹਾਡੇ ਫੇਵਰਿਟ? ਜੀ ਮੇਰੇ ਫੇਵਰਿਟ, ਬਿਲਕੁਲ ਮੇਰੇ ਫੇਵਰਿਟ ਨੇ, ਪਾਕਿਸਤਾਨ ਦੇ ਪੂਰੇ ਦੁਨੀਆ ਦੇ ਫੇਵਰਿਟ ਨੇ, ਸਾਰੀ ਦੁਨੀਆ ਨੂੰ ਕਿੰਗ ਕਹਿੰਦੀ ਹੈ। ਉਹਨਾਂ ਨੇ 58 ਰਨਸ ਕੀਤੇ, ਦੇਖੋ ਉਹਨਾਂ ਨੂੰ ਬਹੁਤ ਕੌਨਫੀਡੈਂਸ ਮਿਲਿਆ। ਪਹਿਲੇ ਉਹ ਜਿੰਨੀ ਮੇਰੇ ਖਿਆਲ ਨਾਲ ਉਹਨਾਂ ਦੀ ਹਾਈਪ ਕ੍ਰੀਏਟ ਹੋ ਚੁੱਕੀ ਸੀ ਬਾਬਰ ਆਜ਼ਮ ਦੀ, ਉਹਨਾਂ ਦਾ ਰਨਸ ਕਰਨਾ ਬੜਾ ਜ਼ਰੂਰੀ ਸੀ ਇਸ ਟਾਈਮ। ਅਗਰ ਉਹ ਰਨਸ ਨਹੀਂ ਕਰਦੇ ਸੀ ਤਾਂ ਸਾਡੀ ਇੱਜ਼ਤ ਦਾ ਸਵਾਲ ਸੀ, ਉਹਨਾਂ ਦੀ ਇੱਜ਼ਤ ਦਾ ਸਵਾਲ ਸੀ, ਉਹਨਾਂ ਦੀ ਚਾਹਣ ਵਾਲੇ ਦੀ ਇੱਜ਼ਤ ਦਾ ਸਵਾਲ ਸੀ। ਅਗਰ ਉਹ ਰਨਸ ਨਹੀਂ ਕਰਦੇ ਸੀ, ਉਹਨਾਂ ਨੇ ਰਨਸ ਕੀਤਾ, ਉਹਨਾਂ ਨੂੰ ਕੌਨਫੀਡੈਂਸ ਉਹਨਾਂ ਦਾ ਬਿਲਡ ਹੋਇਆ, ਸਾਰੀ ਕੌਮ ਦਾ ਕੌਨਫੀਡੈਂਸ ਬਿਲਡ ਹੋਇਆ। ਜਿਹੜੇ ਲੋਕ ਉਹਨਾਂ ਲੋਕਾਂ ਨੂੰ ਫੇਸ ਕਰ ਰਹੇ ਸੀ ਕਿ ਬਾਬਰ ਆਜ਼ਮ 'ਚ ਕੁਝ ਵੀ ਨਹੀਂ ਹੈਗਾ, ਠੀਕ ਹੈ, ਉਹਨਾਂ ਲੋਕਾਂ ਦਾ ਵੀ ਕੌਨਫੀਡੈਂਸ ਬਿਲਡ ਹੋਇਆ ਕਿ ਬਾਬਰ ਆਜ਼ਮ ਵਾਕਈ ਵੀ ਕੁਝ ਕਰ ਸਕਦਾ ਔਰ ਬਾਬਰ ਆਜ਼ਮ ਨੂੰ ਮਜ਼ੀਦ ਸਪੋਰਟ ਲੋਕ ਕਰ ਸਕਦੇ ਔਰ ਕਰਾਂਗੇ। ਬਿਲਕੁਲ ਸਮਾ ਸਾਹਿਬ, ਸਾਡੀ ਵੀ ਦੁਆ ਹੈ ਬਾਬਰ ਪਰਫਾਰਮ ਕਰਨ ਅੱਗੇ ਜਾ ਕੇ, ਤੇ ਸਾਡੀ ਹੁਣ ਜਿਹੜੀ ਮੈਨਸ ਟੀਮ ਹੈ ਉਹ ਵੀ ਇਹ ਨੌਜਵਾਨਾਂ ਕੋਲੋਂ ਸਿੱਖੇ ਤੇ ਸਾਨੂੰ ਖੁਸ਼ੀਆਂ ਦੇਵੇ, ਭਾਰਤ ਨੂੰ ਜੀ ਬਾਬਰ ਜੀ ਬਾਬਰ ਭਾਈ ਦੇ ਵਾਸਤੇ ਬਹੁਤ ਦੁਆਵਾਂ ਨੇ, ਸਾਡੀਆਂ ਵੀ ਬਹੁਤ ਦੁਆਵਾਂ ਨੇ ਉਹਨਾਂ ਵਾਸਤੇ, ਪੂਰੀ ਕੌਮ ਦੀਆਂ ਦੁਆਵਾਂ ਨੇ ਕਿ ਉਹ ਪਾਕਿਸਤਾਨ ਦਾ ਨਾਮ ਐਵੇਂ ਹੀ ਬੁਲੰਦ ਕਰਨ। ਆਸਟ੍ਰੇਲੀਆ